ਕਨੈਕਟ ਐਫਐਮ ਕੈਨੇਡਾ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਮਨਪ੍ਰੀਤ ਰੰਧਾਵਾ। ਮਸ਼ਹੂਰੀਆਂ ਵਾਲੀ ਸਰਕਾਰ, ਇਹ ਇੱਕ ਨਵਾਂ ਫਰੇਜ਼ ਕੁਆਇਨ ਕੀਤਾ ਜਾਂ ਕਹਿ ਲਓ ਕਿ ਇੱਕ ਨਵਾਂ ਤਰ੍ਹਾਂ ਦਾ ਫਿਕਰਾ ਕੱਸਿਆ। ਕਾਂਗਰਸ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਉਹਨਾਂ ਦੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਦੇ ਕਲੀਗ ਵੀ ਨੇ, ਐਮਐਲਏ ਨੇ ਤੇ ਇਸ ਵਕਤ ਰਾਜਸਥਾਨ ਕਾਂਗਰਸ ਦੇ ਇੰਚਾਰਜ ਵੀ ਨੇ। ਇਹਨਾਂ ਨੇ ਇਹ ਫਿਕਰਾ ਕੱਸਿਆ ਔਰ ਇਸ ਦੇ ਵਿੱਚ ਇਹਨਾਂ ਨੇ ਇਹ ਗੱਲ ਕਹੀ ਆ, ਮਸ਼ਹੂਰੀਆਂ ਵਾਲੀ ਸਰਕਾਰ ਕੌਣ ਆ? ਆਮ ਆਦਮੀ ਪਾਰਟੀ ਦੀ ਸਰਕਾਰ। ਆਮ ਆਦਮੀ ਪਾਰਟੀ ਚਾਹੇ ਉਹ ਦਿੱਲੀ ਦੀ ਸਰਕਾਰ ਹੋਵੇ ਤੇ ਜਾਂ ਉਹ ਹੋਵੇ ਪੰਜਾਬ ਦੀ ਸਰਕਾਰ, ਮਸ਼ਹੂਰੀਆਂ ਬਹੁਤ ਕਰਦੀ ਆ, ਪ੍ਰੋਪੇਗੈਂਡਾ ਬਹੁਤ ਕਰਦੀ ਆ, ਕੰਮ ਘੱਟ ਕਰਦੀ ਆ ਔਰ ਇੱਥੋਂ ਤੱਕ ਕਿ ਇਹਨਾਂ ਦੀਆਂ ਜਿਹੜੀਆਂ ਮਸ਼ਹੂਰੀਆਂ ਨੇ ਉਹ ਸਾਊਥ ਇੰਡੀਆ, ਨਾਰਥ ਈਸਟ ਦੇ ਵਿੱਚ तमाम ਅਖਬਾਰਾਂ ਦੇ ਵਿੱਚ ਜਾਂਦੀਆਂ ਜਿੱਥੋਂ ਦੇ ਲੋਕਾਂ ਦਾ ਕੁਝ ਲੈਣਾ ਦੇਣਾ ਵੀ ਨਹੀਂ ਹੈ ਇਹਨਾਂ ਮਸ਼ਹੂਰੀਆਂ ਦੇ ਨਾਲ, ਇਹਨਾਂ ਐਡਵਰਟੀਜ਼ਮੈਂਟਸ ਦੇ ਨਾਲ। ਚਾਹੇ ਉਹ ਮੀਡੀਆ ਦੇ ਜਿਹੜੇ ਇਲੈਕਟ੍ਰੋਨਿਕ ਮੀਡੀਆ ਦੇ ਚੈਨਲਸ ਹੋਣ, ਸੈਟੇਲਾਈਟ ਚੈਨਲਸ ਹੋਣ, ਚਾਹੇ ਉਹ ਅਖਬਾਰ ਹੋਣ ਤੇ ਚਾਹੇ ਉਹ ਡਿਜੀਟਲ ਮੀਡੀਆ ਹੋਵੇ, ਉਹਨਾਂ ਨੂੰ ਇਹ ਭਰਪੂਰ ਇਸ਼ਤਿਹਾਰ ਦਿੰਦੇ ਨੇ ਆਪਣੀ ਮਸ਼ਹੂਰੀ ਕਰਨ ਲਈ। ਹੁਣ ਇਸ ਗੱਲ ਨੂੰ, ਮਸ਼ਹੂਰੀਆਂ ਵਾਲੀ ਸਰਕਾਰ ਨੂੰ ਪੁਖਤਾ ਕਰਤਾ ਸੁਪਰੀਮ ਕੋਰਟ ਨੇ। ਸੁਪਰੀਮ ਕੋਰਟ ਨੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੂੰ ਕਿਹਾ ਕਿ ਤੁਸੀਂ ਸਾਨੂੰ 2 ਹਫ਼ਤਿਆਂ ਦੇ ਅੰਦਰ ਅੰਦਰ ਇਹ ਦੱਸੋ ਕਿ ਪਿਛਲੇ 3 ਸਾਲਾਂ ਦੇ ਅੰਦਰ ਤੁਸੀਂ ਕਿੰਨੀਆਂ ਕੁ ਮਸ਼ਹੂਰੀਆਂ ਦਿੱਤੀਆਂ, ਕਿੰਨੀਆਂ ਕੁ ਐਡਵਰਟੀਜ਼ਮੈਂਟਸ ਤੁਸੀਂ ਜਾਰੀ ਕੀਤੀਆਂ, ਇਸ ਬਾਰੇ ਸਾਨੂੰ ਜਾਣਕਾਰੀ ਦਿਓ। ਔਰ ਇਹ ਜਾਣਕਾਰੀ ਸੁਪਰੀਮ ਕੋਰਟ ਨੇ ਕਿਉਂ ਮੰਗੀ ਆ? ਦਰਅਸਲ ਦਿੱਲੀ ਦੇ ਵਿੱਚ ਜਿਹੜਾ ਰੀਜਨਲ ਰੈਪਿਡ ਟ੍ਰਾਂਜ਼ਿਟ ਸਿਸਟਮ ਉਹ ਆ ਜਿਹੜਾ ਬੱਸਾਂ ਦਾ ਆਵਾਜਾਈ ਨੂੰ ਲੈ ਕੇ, ਜਿਹੜੀਆਂ ਦਿੱਲੀ ਤੋਂ ਕੋਰੀਡੋਰ ਬਣਿਆ ਹੋਇਆ ਉੱਥੇ ਜਿਹੜੀਆਂ ਬੱਸਾਂ ਜਾਂਦੀਆਂ, ਉਹਦੇ ਲਈ ਦਿੱਲੀ ਸਰਕਾਰ ਕਹਿੰਦੀ ਸਾਡੇ ਕੋਲ ਤਾਂ ਪੈਸਾ ਨਹੀਂ। ਤੇ ਫਿਰ ਸੁਪਰੀਮ ਕੋਰਟ ਨੇ ਪੁੱਛ ਲਿਆ ਵੀ ਤੁਸੀਂ ਪੈਸੇ ਖਰਚਦੇ ਕਾਸਤੇ ਹੋ, ਘੱਟੋ ਘੱਟ ਸਾਨੂੰ ਇਹ ਤਾਂ ਦੱਸੋ। ਇਸ ਬਾਰੇ ਆਪਾਂ ਸਾਰੀ ਗੱਲ ਸਮਝਣ ਦੀ ਕੋਸ਼ਿਸ਼ ਕਰਾਂਗੇ। ਤੇ ਹੁਣ ਗੱਲ ਕਰਦੇ ਆ ਕੈਪਟਨ ਅਮਰਿੰਦਰ ਸਿੰਘ ਦੀ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਮੈਨੂੰ ਤਾਂ ਮੁਖਤਾਰ ਅੰਸਾਰੀ ਦੀ ਸ਼ਕਲ ਵੀ ਨਹੀਂ ਪਤਾ। ਵੈਸੇ ਜਿਸ ਸਫਾਈ ਦੇ ਨਾਲ ਇਹ ਸਿਆਸਤਦਾਨ ਝੂਠ ਬੋਲਦੇ ਨੇ ਉਹ ਵਾਕਿਆ ਹੀ ਬੜੀ ਰਿਮਾਰਕੇਬਲ ਆ, ਦਾਦ ਦੇਣੀ ਹੋਊਗੀ, ਕਿਉਂਕਿ ਲੋਕਾਂ ਨੂੰ ਇੱਕ ਤਰ੍ਹਾਂ ਯਕੀਨ ਕਰਵਾ ਦਿੰਦੇ ਨੇ ਔਰ ਇਹ ਵੀ ਸਮਝਦੇ ਨੇ ਕਿ ਲੋਕ ਇਸ 'ਤੇ ਯਕੀਨ ਕਰਨ ਵੀ, ਲੋਕ ਸ਼ਾਇਦ ਇਹਨੂੰ ਸੱਚ ਵੀ ਮੰਨ ਲੈਂਦੇ ਨੇ। ਪਰ ਮੈਨੂੰ ਲੱਗਦਾ ਇਹਨਾਂ ਦੀ ਸਕਰੂਟਨੀ ਕਰਨੀ ਬਹੁਤ ਜ਼ਰੂਰੀ ਆ। ਕੈਪਟਨ ਅਮਰਿੰਦਰ ਸਿੰਘ ਜਦੋਂ ਕਹਿੰਦੇ ਆ ਕਿ ਮੈਨੂੰ ਤਾਂ ਮੁਖਤਾਰ ਅੰਸਾਰੀ ਬਾਰੇ ਪਤਾ ਹੀ ਨਹੀਂ, ਤੇ ਫਿਰ ਇੱਕ ਚਿੱਠੀ ਸਾਹਮਣੇ ਆਉਂਦੀ ਆ। ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਦੇ ਕਿਸੇ ਟਾਈਮ ਦੇ ਆਪਣੇ ਬੜੇ ਖਾਸ ਮੰਤਰੀ, ਕਾਂਗਰਸ ਦੇ ਲੀਡਰ, ਉਹਨਾਂ ਦੀ ਸਨ 2021 ਦੀ ਉਹ ਚਿੱਠੀ ਸਾਹਮਣੇ ਆਉਂਦੀ ਆ ਜਿਹਦੇ ਵਿੱਚ ਉਹਨਾਂ ਨੇ ਖੁਦ ਲਿਖਿਆ ਕੈਪਟਨ ਅਮਰਿੰਦਰ ਸਿੰਘ ਨੂੰ, ਕਹਿੰਦੇ ਸਾਡੇ ਅਧਿਕਾਰੀਆਂ ਨੇ ਤੁਹਾਨੂੰ ਬਰੀਫ ਕੀਤਾ ਸੀ, ਸਾਨੂੰ ਹੁਣ ਦੱਸੋ ਇਹਦੇ ਵਿੱਚ ਕਰਨਾ ਕੀ ਆ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਕੀ ਕਰਦੇ ਜਾਂ ਨਹੀਂ ਕਰਦੇ ਉਹ ਤਾਂ ਖੈਰ ਬਾਅਦ ਦੀ ਗੱਲ ਆ। ਇੱਕ ਗੱਲ ਹੋਰ, ਦਰਅਸਲ ਇਕੱਲੇ ਸਿਆਸਤਦਾਨਾਂ ਦੀ ਸਾਖ ਨਹੀਂ ਡਿੱਗੀ, ਮੀਡੀਆ ਦੀ ਵੀ ਸਾਖ ਡਿੱਗੀ ਆ। ਮੀਡੀਆ ਦਾ ਵੀ ਅਕਸ ਬਹੁਤ ਡਿੱਗਿਆ ਔਰ ਇਸੇ ਕਰਕੇ ਵਰਲਡ ਫਰੀडम ਇੰਡੈਕਸ ਦੇ ਵਿੱਚ ਮੀਡੀਆ ਦੀ ਜਿਹੜੀ ਇਸ ਟਾਈਮ ਗਣਨਾ ਹੁੰਦੀ ਆ ਜਾਂ ਗਿਣਤੀ ਹੁੰਦੀ ਆ ਜਾਂ ਨੰਬਰ ਆ, ਉਹ ਇੰਨਾ ਪਿੱਛੇ ਆ ਗਿਆ ਕਿਉਂਕਿ ਮੀਡੀਆ ਨੇ ਮੌਜੂਦਾ ਸਰਕਾਰਾਂ ਤੋਂ ਸਵਾਲ ਪੁੱਛਣੇ ਬੰਦ ਕਰਤੇ ਆ। ਔਰ ਸਵਾਲ ਕਿਹਨਾਂ ਤੋਂ ਪੁੱਛਦੇ ਨੇ? ਵਿਰੋਧੀ ਪਾਰਟੀਆਂ ਤੋਂ। ਜਦਕਿ ਵਿਰੋਧੀ ਪਾਰਟੀਆਂ ਤਾਂ ਆਪ ਕਿਸੇ ਨਾ ਕਿਸੇ ਤਰ੍ਹਾਂ ਦਾ ਉਹਨਾਂ ਨੂੰ ਲੱਗਦਾ ਕਿ ਸਾਡੇ ਨਾਲ ਵੈਂਡੇਟਾ ਪੋਲਿਟਿਕਸ ਹੋ ਰਹੀ ਆ। ਹਾਂ, ਜੇ ਵਿਰੋਧੀ ਪਾਰਟੀਆਂ ਨੇ ਗਲਤ ਕੀਤਾ ਜਾਂ ਕੁਝ ਇਸ ਤਰ੍ਹਾਂ ਦੇ ਦਸਤਾਵੇਜ਼ ਹੱਥ ਆਉਂਦੇ ਨੇ ਤਾਂ ਜ਼ਰੂਰ ਉਹਨਾਂ ਤੋਂ ਵੀ ਸਵਾਲ ਪੁੱਛੇ ਜਾਣੇ ਚਾਹੀਦੇ ਨੇ। ਇਹ ਨਹੀਂ ਹੈ ਕਿ 5 ਸਾਲਾਂ ਦੇ ਵਿੱਚ ਤੁਸੀਂ ਜੋ ਮਰਜ਼ੀ ਕਰਕੇ ਚਲੇ ਜਾਓ ਔਰ ਤੁਹਾਡੇ ਤੋਂ ਸਵਾਲ ਹੀ ਨਾ ਪੁੱਛੇ ਜਾਣ। ਅਗਲੀ ਗੱਲ ਕਰਾਂਗੇ ਭਾਰਤੀ ਜਨਤਾ ਪਾਰਟੀ ਦੀ। ਚੋਣਾਂ ਹੋਣ ਵਾਲੀਆਂ ਨੇ ਸਨ 2024 ਲਈ ਔਰ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਨਵਾਂ ਪ੍ਰਧਾਨ ਲੱਭਣਾ ਇਹਨਾਂ ਨੇ ਸ਼ੁਰੂ ਕਰਤਾ। ਕਹਿੰਦੇ ਅਸ਼ਵਨੀ ਸ਼ਰਮਾ ਰਾਸ ਨਹੀਂ ਆਇਆ ਕਿਉਂਕਿ ਇਹਨਾਂ ਦੀ ਪ੍ਰਧਾਨਗੀ ਦੇ ਅਧੀਨ ਭਾਰਤੀ ਜਨਤਾ ਪਾਰਟੀ ਲਗਾਤਾਰ ਪੰਜਾਬ ਦੇ ਵਿੱਚ ਥੱਲੇ ਜਾ ਰਹੀ ਆ। ਚਾਹੇ ਉਹ ਪਿਛਲੀਆਂ ਚੋਣਾਂ ਹੋਣ, ਅਸੈਂਬਲੀ ਦੀਆਂ ਚੋਣਾਂ ਦੀ ਮੈਂ ਗੱਲ ਕਰਦਾ ਸਨ 2022 ਦੀਆਂ, ਚਾਹੇ ਬਾਅਦ ਦੇ ਵਿੱਚ ਜਿਹੜੀਆਂ ਜਿਮਨੀ ਚੋਣਾਂ ਹੋਈਆਂ ਲੋਕ ਸਭਾ ਦੇ ਵਿੱਚ, ਲਗਾਤਾਰ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟਸ ਦੀਆਂ ਜ਼ਮਾਨਤਾਂ ਜ਼ਬਤ ਹੋ ਰਹੀਆਂ ਨੇ। ਹਾਲਾਂਕਿ ਇਹਨਾਂ ਨੇ ਪੰਜਾਬ ਦੇ ਵਿੱਚ ਵੀ ਕਾਂਗਰਸ ਪਾਰਟੀ ਤੋੜਤੀ ਹੈ, ਜਿਸ ਤਰ੍ਹਾਂ ਇਹਨਾਂ ਨੇ ਪਹਿਲਾਂ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਤੋੜੀ ਸੀ। ਸ਼ਿਵ ਸੈਨਾ ਤੋਂ ਬਾਅਦ ਹੁਣ ਇਹਨਾਂ ਨੇ ਸ਼ਰਦ ਪਵਾਰ ਦੀ ਜਿਹੜੀ ਪਾਰਟੀ ਆ ਐਨਸੀਪੀ, ਨੈਸ਼ਨਲਿਸਟ ਕਾਂਗਰਸ ਪਾਰਟੀ, ਉਹ ਵੀ ਤੋੜਤੀ ਆ। ਪਰ ਇਸ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ
ਦੀ ਗੱਲ ਬਣ ਨਹੀਂ ਰਹੀ। ਔਰ ਖਾਸ ਤੌਰ ਤੇ ਪੰਜਾਬ ਦੇ ਸੰਦਰਭ ਦੇ ਵਿੱਚ ਇਸ ਦੀ ਗੱਲ ਕਰਾਂਗੇ ਕਿ ਕੀ ਪ੍ਰਧਾਨ ਬਦਲ ਕੇ ਕੁਝ ਫਾਇਦਾ ਹੋ ਜਾਊਗਾ। ਵੈਸੇ ਦੱਸਿਆ ਜਾਂਦਾ ਕਿ ਤਰੁਣ ਕੁਮਾਰ ਚੁੱਗ ਤੇ ਸੁਨੀਲ ਜਾਖੜ ਕਹਿੰਦੇ ਰੇਸ 'ਚ ਨੇ, ਦੌੜ 'ਚ ਨੇ। ਤੇ ਸੁਨੀਲ ਕੁਮਾਰ ਜਾਖੜ ਜਿਹੜੇ ਸਾਰੀ ਉਮਰ ਕਾਂਗਰਸੀ ਰਹੇ ਨੇ, ਹੁਣ ਭਾਰਤੀ ਜਨਤਾ ਪਾਰਟੀ 'ਚ ਆ ਕੇ ਜਿਹੜੇ ਕਾਂਗਰਸ ਦੇ ਨਹੀਂ ਹੋਏ ਉਹ ਭਾਜਪਾ ਦੇ ਕੀ ਹੋ ਜਾਣਗੇ। ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਪੰਜਾਬ ਦੀ ਕਾਂਗਰਸ ਪਾਰਟੀ ਨੇ, ਇੱਥੋਂ ਦੇ ਲੀਡਰਸ ਨੇ ਇੱਕ ਨਵਾਂ ਫਿਕਰਾ ਘੜਿਆ, ਮਸ਼ਹੂਰੀਆਂ ਵਾਲੀ ਸਰਕਾਰ। सॉरी एक गलत बात बोल दिया, फोकी मशहूरियां वाली सरकार, फोकी मशहूरियां वाली सरकार आज तो पक्का नाम है। और जिस तरह मैं तुहानूं दस्सिया कि सुप्रीम कोर्ट ने भी इस उत्ते मोहर लाती आ, दरअसल होया कि जिस तरह मैं तुहानूं पहलां दस्सिया कि रीजनल रैपिड ट्रांजिट सिस्टम, ये सिस्टम आ कि दिल्ली की सरकार जिहड़ियां उत्थों बसां जांदियां ने, एक कॉरीडोर बनिया, वो दिल्ली तो अलवर, अलवर जयपुर दे विच आ, दिल्ली तो पानीपत, पानीपत हरियाणे दे विच आ, ते दिल्ली तो मेरठ, मेरठ उत्तर प्रदेश दे विच आ। इत्थों जिहड़ियां बसां जांदियां ने लोकां नूं सहूलत प्रदान करदियां ने आवाजाई दे विच, उस लई एक सिस्टम बनिया सी जिस नूं कि रीजनल रैपिड ट्रांजिट सिस्टम कहा सी। और उहदे विच दिल्ली सरकार ने अपना योगदान पाउणा सी, अपने पैसे पाउणे सी। टोटल 30,274 करोड़ का प्रोजैक्ट है। ਇਹਦੇ ਵਿੱਚੋਂ 1180 ਕਰੋੜ ਰੁਪਈਆ ਦਿੱਲੀ ਸਰਕਾਰ ਨੇ यानी कि अरविंद केजरीवाल सरकार ने देना सी, पर हजे तक दिता नहीं, बल्कि लगभग 415 करोड़ रुपए हजे भी पए आ। इसे करके सुप्रीम कोर्ट दे विच एक केस फाइल किया गया, पब्लिक इंटरस्ट लिटिगेशन फाइल की गई। उन्होंने कहा कि दिल्ली सरकार मशहूरियां ते बड़े पैसे ला रहे आ, पर जिस करके इन्हां नूं पैसे लाने चाहिए लोगों की सहूलियत, लोगों की आवाजाई लई, ताकि लोग अपना सफ़र बगैर किसी रोक टोक दे, बगैर किसी विघन दे कर सकन, उस वास्ते पैसे नहीं ला रहे। आखिरकार जदों दिल्ली की सरकार सुप्रीम कोर्ट दे विच अपीयर हुंदी आ, पेश हुंदी आ, मैं बीते सोमवार की गल कर रहा, उत्थे जस्टिस SK कौल ते जस्टिस सुधांशु धूलिया, जस्टिस SK कौल ते जस्टिस सुधांशु धूलिया जदों इस केस की सुनवाई करते आ तो दिल्ली सरकार फिर जाके उत्थे पल्ला झाड़ दिंदी है। कहंदे जी साडे कोल तां पैसे नहीं गए, पैसे असीं कित्थों लिआईए, साडी तां जिहड़ी फाइनैंशियल सिचुएशन आ वो बहुत खराब आ। तुसीं हुण याद करो, अरविंद केजरीवाल ये वो व्यक्ति ने जिहड़े कहंदे हुंदे सी कि सरकारां कोले पैसे की कमी नहीं हुंदी, नीयत की कमी हुंदी आ। जे उन्हां दी नीयत चंगी हो जाए, नीयत चंगी हो जाए तो फिर पैसे तो कोई गल ही नहीं। पैसा तो सरकारां कोले हुंदा ही बहुत आ, पर हाँ नीयत कित्थे विगड़ गई इन्हां दी। नीयत इन्हां दी विगड़ जांदी है मशहूरियां देण ते। काम कोई हुंदा नहीं, पर मशहूरी प्रोपोगंडा इन्ना कर दो कि लोकां नूं लगे कि सरकार तां काम ही बहुत वधिया कर रही है। क्योंकि मीडिया सही जानकारी नहीं दिंदा, उहनूं सिक्रूटनाइज नहीं करदा, ਉਹਦੀ ਜਾਂਚ पड़ताल नहीं करता, ਉਹਦੀ पुछ पड़ताल नहीं करता। तो ये ਜਿਹੜੀਆਂ ਸਰਕਾਰਾਂ ਹੁੰਦੀਆਂ ਮਸ਼ਹੂਰੀ ਵਾਲੀਆਂ ਸਰਕਾਰਾਂ, दे जनरली गैट अवे विद इट, यानी कि ये अपना प्रोपोगंडा कामयाब हो जांदियां प्रोपोगंडा करन दे विच। इसे करके उन्होंने हुण कहा, सुप्रीम कोर्ट के डिवीजन बेंच ने, कि तुसी 2 हफ्तिਆਂ ਦੇ अंदर अंदर सानू ये दसो कि पिछले 3 सालों के दौरान तुसी मशहूरियां ते किन्ने पैसे खर्चे ने। बल्कि सुप्रीम कोर्ट तो एक कदम होर गया, अगे गया, वो कहते सानू इदा मजबूर ना करो कि असी इस तरह का ऑर्डर करिए कि तुसी अपने सारे खर्चे सानू गिनाओ। क्योंकि सरकारां, चाहे वो सूबा सरकारां होण, चाहे वो दिल्ली की सरकार, चाहे अद्धी सरकार आ, ये अपने आप दे विच पूरी तरह आज़ाद हुंदियां कि कित्थे वो खर्चा करना चाहुंदियां, कित्थे वो खर्चा नहीं करना चाहुंदियां। और अमूमन असी मन के चलते हैं कि ये लोगों की भलाई लई खर्चा करते हैं। इसे करके सुप्रीम कोर्ट ने गल कही है कि सानू मजबूर ना करो कि तुहाडे तो असी पाई पाई का हिसाब लईए। इस करके तुसी सन 2020 तो बाद कितना पैसा खर्चा मशहूरियां ते सानू घट्टो घट्ट वो दस दो। हुण तुसी देखो, RTI की एक इन्फॉर्मेशन सी, राइट टू इन्फॉर्मेशन एक्ट के अधीन ली गई। ਉਹਦੇ ਵਿੱਚ ਇਹ पता लगा कि पिछले 5 सालों के 1868 1868 करोड़ रुपया दिल्ली सरकार ने, अरविंद केजरीवाल की सरकार ने केवल तो केवल मशहूरियां ते खर्चता। और ਉਹਦੇ जे तुसी हिसाब लाओ लगभग 1 करोड़ रुपया हर रोज़ का आउंदा।
तो मैनू फिर दिल्ली सरकार की अरविंद केजरीवाल की वो लक्ष्मी पूजा भी याद आ जाती है, जी 14 नवंबर सन 2020 ਨੂੰ दिवाली वाले दिन अद्धे घंटे ਲਈ लाइव लक्ष्मी पूजा की सी। और तुहानू पता कि उस ते कितना पैसा खर्चा सी? 6 करोड़ 20 लाख रुपया हर घंटे दे विच 20 लाख रुपया उस आरती दे लाइव टैलीकास्ट ते, ताकि लोकां तक पहुँचे। जबकि लोगों ने अपनी अपनी पूजा करनी हुंदी आ, पर उस नूं भी लक्ष्मी पूजा नूं भी इस अरविंद केजरीवाल ने, इस सरकार ने एक तरह का इवेंट बनाता। और 6 करोड़ रुपया तुसीं देखो, जिहड़ी सरकारां ये कहंदियां सी कि असीं एक पाई बचावांगे, वो जदों वाਕਿਆ काम करना शुरू करदियां ने ते किस तरह पैसे की बर्बादी करदियां ने, इत्थों तुसीं आप समझ सकते हो। सो इसे करके मैं कहना ये जिहड़ी मशहूरियां वाली सरकार आ, ये कल्ला इल्ज़ाम जिहड़ा वो अरविंद केजरीवाल ते नहीं आउंदा, यही इल्ज़ाम भगवंत मान दी सरकार ते भी आउंदा। इसे करके इन्हां नूं कहा जांदा, इन्हां ने भी बहुत वड्डा बजट रख रखिया, लगभग 750 करोड़ एक साल का। हुण तुसीं देखो, यही सरकारां कहंदियां, कहंदे सानूं तां इन्हां गल्लां दी लोड़ ही नहीं, साडा तां काम बोलदा। वैसे इन्हां ने हिंदी च करके इहनूं काम करता सी, बाद च इन्हां नूं समझाया गया कि इस तरह के शब्द का इस्तेमाल ना करो, वो चंगा नहीं लगता। इन्हां ने शायद समझ लिया। पर जिस सरकार का काम बोलता होवे, जिस सरकार नूं लोड़ ही ना पवे, उन्होंने इन्नियां मशहूरियां करोड़ां रुपया दी करन दी जरूरत की है? जबकि जिहड़े असली मुद्दे हुंदे ने उन्हां तो तुसीं बिल्कुल भटक जांदे ने। हुण तुसीं एक चीज़ होर देखो, भगवंत मान सरकार दी मैं गल तुहाडे ध्यान दे विच जरूर लियाउणा चाहुंदा, क्योंकि मीडिया नूं सवाल पुछणे चाहीदे ने। जदों इन्हां ने चरणजीत सिंह चन्नी साबका मुख मंत्री नूं एक तरह का चैलेंज कीता सी, मैनूं अज भी याद आ, 24 मई नूं भगवंत मान चैलेंज करते हैं, कहते 31 मई तक चरणजीत सिंह चन्नी खुलासा कर देन कि वो किहड़ा खिडारी सी जिहड़ा इन्हां तो नौकरी मंगण गया सी, जिसने 2 करोड़ रुपया इन्हां ने चरणजीत सिंह चन्नी ने कथित तौर पर जिस तो मंगिया सी, ते जे ना होया तो मैं खुलासा कर दूँ। खुलासा भी हो गया, खिडारी ने भी बिठा लिया, खिडारी के पिता जी ने भी बिठा लिया, बिठा के सारा कुछ अज तक होया की है? असी अज 4 जुलाई च पहुँच गए हैं, तो लेकिन उसकी कोई कार्रवाई नहीं हुई। केवल तो केवल तुसी प्रोपोगेंडा करते हो, प्रैस कॉन्फ्रेंसिस करते हो। मैनू दसो किहड़ा केस चरणजीत सिंह चन्नी ते ये दर्ज होया, तो फिर उसकी तफ्तीश की हुई आ? हजे तक नहीं सानू पता। ये गल नूं तुसी मीडिया ट्रायल बनाया होया, ये गल नूं तुसी रैलियां दा ट्रायल बनाया होया, ट्वीटो ट्वीटी करते हो। दो फड़ गए मैनू अंदर यार, मैं घरे सौंदे पहले तुसी कहने ते बाहर ते आया नहीं, आज वे हुण मैं आया, मैं दे दो अंदर जे मैं वो करया होया कुछ। सो यही कारण है कि इन्हां प्रोपेगेंडा तो बचो, तो घट्टो घट्ट जनता नूं सच्चाई दसो। तुहानूं काम करन लई, तुहानूं टाइम देण लई सारे तैयार आ, क्योंकि तुहाडे कोल तजर्बा नहीं है। लेकिन जे तुसी उन्हां पैसे की दुरवरतों करोगे या अपने पद की दुरवरतों करोगे, अपने अहुदे की दुरवरतों करोगे और केवल तो केवल प्रोपोगेंडा करोगे कि असी तो पता नहीं सानूं सुरखाब दे पर लगे ने, असी सारिਆਂ तो वखरे आ, तो फिर मीडिया की भी जरूरत बनती है और उसकी ये जिम्मेवारी बनती है कि इन्हां नूं एक्सपोज भी किया जाए। कैप्टन अमरिंदर सिंह पौने 10 साल, केवल पिछली टर्म सन 2017 की जिहड़ी सरकार गई है कैप्टन अमरिंदर सिंह की, केवल 3 महीने पहला गई है। सो इस करके पौने 10 साल ये मुख मंत्री पंजाब दे रहे ने। पर मुख मंत्री का हुण कहना, मैं उन्होंने बयान पढ़ रहा सी, कहते मैं तो मुख्तार अंसारी वो उत्तर प्रदेश का अपराधी जिहड़ा बहुत सारे संगीन मामलों के विच यूपी नूं, उत्तर प्रदेश की पुलिस नूं लोड़ींदा सी, जिसनूं 2 साल 3 महीने असी रूपनगर की जेल दे विच एक मामले दे विच रखिया। उत्थे कैप्टन अमरिंदर सिंह कहंदे मैनूं तां पता ही नहीं। मैनूं लगदा फिर सियासतदानां दा झूठ आ जिहड़ा वो लोकां दे हजम नहीं हुंदा, पर सियासतदानां नूं लगदा, कैप्टन अमरिंदर सिंह होणां नूं लगदा कि इस तरह का झूठ बोल के तुसी कुछ भी लोगों को कह दो, इन्हां ने किहड़ा अगों सवाल पुछना, ना मीडिया ने सवाल पुछना। पर हुण तुसी देखो जिहड़ी चिट्ठी बाहर आई आ, 1 अप्रैल सन 2021 नूं सुखजिंदर सिंह रंधावा जिहड़े उस वक्त लगभग नंबर 2 ही सी और कैप्टन अमरिंदर सिंह दे बड़े चहेते मंत्री सी, नज़दीकी सी, कॉपरेशन मिनिस्टर भी सी ते जेल मंत्री भी सी। उन्हां ने 1 अप्रैल सन 2021 नूं चिट्ठी लिखदे आ और अमरिंदर सिंह नूं दसदे आ, कहंदे जिहड़ा यूपी का विधायक आ यानी कि मुख्तार अंसारी आ, वखरे वखरे संगीन मामलों दे विच दोषां दे विच वो लोड़ींदा ते उस खातर
ਹੁਣ ਜਿਹੜਾ ਇਹ ਮਾਮਲਾ ਸਾਰਾ ਜਿਸ ਤਰ੍ਹਾਂ ਤੁਸੀਂ ਰੱਖਿਆ ਹੋਇਆ ਜੇਲ੍ਹ ਦੇ ਵਿੱਚ, ਇਹ ਮਾਮਲਾ ਸਿਆਸੀ ਤੂਲ ਫੜਦਾ ਜਾ ਰਿਹਾ, ਯਾਨੀ ਕਿ ਬਹੁਤ ਮੀਡੀਆ ਦੇ ਵਿੱਚ ਆ ਰਿਹਾ। ਇਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਰੋਕਣ ਦੀ ਲੋੜ ਆ। ਔਰ ਇੱਥੇ ਮੈਂ ਤੁਹਾਨੂੰ ਯਾਦ ਕਰਾ ਦਾਂ 26 ਮਾਰਚ ਨੂੰ ਸੁਪਰੀਮ ਕੋਰਟ ਦਾ ਉਸ ਵਕਤ ਆਰਡਰ ਆ ਚੁੱਕਾ ਸੀ ਔਰ ਉਸ ਆਰਡਰ ਦੇ ਵਿੱਚ ਪੰਜਾਬ ਸਰਕਾਰ ਨੂੰ ਇੱਕ ਤਰ੍ਹਾਂ ਦੀ ਹਦਾਇਤ ਹੋ ਚੁੱਕੀ ਸੀ ਕਿ ਤੁਸੀਂ ਮੁਖਤਾਰ ਅੰਸਾਰੀ ਨੂੰ ਉੱਤਰ ਪ੍ਰਦੇਸ਼ ਦੀ ਸਰਕਾਰ ਦੇ ਉੱਥੋਂ ਦੀ ਪੁਲਿਸ ਦੇ ਹਵਾਲੇ ਕਰ ਦਿਓ ਤਾਂ ਕਿ ਉਹ ਬਾਂਦਾ ਜੇਲ੍ਹ ਦੇ ਵਿੱਚ ਉਸ ਨੂੰ ਲੈ ਕੇ ਜਾ ਸਕਣ। ਇਸ ਦੇ ਬਾਵਜੂਦ ਵੀ ਤੁਸੀਂ ਦੇਖੋ 1 ਅਪ੍ਰੈਲ ਨੂੰ ਚਿੱਠੀ ਲਿਖੀ ਜਾਂਦੀ ਆ ਕਿ ਇਹ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ, ਇਹ ਚਿੱਠੀ ਦਾ ਹਿੱਸਾ। ਇਸ ਕਰਕੇ ਔਰ ਮੀਡੀਆ ਇਸ ਮਾਮਲੇ ਨੂੰ ਬਾਰ-ਬਾਰ ਚੁੱਕ ਰਿਹਾ। ਮੈਨੂੰ ਇਹਦੀ ਜਾਣਕਾਰੀ ਨਹੀਂ, ਸੁਖਜਿੰਦਰ ਸਿੰਘ ਰੰਧਾਵਾ ਕਹਿੰਦੇ ਆ ਔਰ ਇੱਕ ਬਹੁਤ ਖਾਸ ਗੱਲ ਲਿਖਦੇ ਆ। ਇਹ 2 ਪੰਨਿਆਂ ਦੀ ਚਿੱਠੀਆਂ ਮੈਨੂੰ ਲੱਗਦਾ ਹੁਣ ਤੱਕ ਤਾਂ ਪੂਰੇ ਸੋਸ਼ਲ ਮੀਡੀਆ ਤੇ ਇਹ ਫੈਲ ਵੀ ਗਈ ਹੋਣੀ ਆ। ਜਿਹੜੀ ਇੰਪੋਰਟੈਂਟ ਗੱਲ ਲਿਖਦੇ ਨੇ ਸੁਖਜਿੰਦਰ ਸਿੰਘ ਰੰਧਾਵਾ, ਬਹੁਤ ਅਹਿਮ ਗੱਲ, ਉਹ ਇਹ ਆ, ਕਹਿੰਦਾ ਮੇਰੇ ਵਿਭਾਗ ਦੇ ਅਧਿਕਾਰੀ, ਉਹ ਇਹ ਕਹਿੰਦੇ ਨੇ ਮੇਰੇ ਵਿਭਾਗ ਦੇ ਅਧਿਕਾਰੀਆਂ ਨੇ ਤੁਹਾਨੂੰ ਮਿਲ ਕੇ ਮੁਖਤਾਰ ਅੰਸਾਰੀ ਬਾਰੇ तमाम ਜਾਣਕਾਰੀ ਦੇ ਦਿੱਤੀ ਆ। ਹੁਣ ਤੁਸੀਂ ਦੱਸੋ, ਜਾਂ ਤਾਂ ਉਹਨਾਂ ਦਾ ਮੰਤਰੀ ਜਦੋਂ ਉਹਨਾਂ ਨੂੰ ਚਿੱਠੀ ਲਿਖ ਰਿਹਾ ਉਹਦੇ ਵਿੱਚ ਲਿਖ ਰਿਹਾ ਕਿ ਤੁਹਾਨੂੰ ਜਾਣਕਾਰੀ ਦਿੱਤੀ ਜਾ ਚੁੱਕੀ ਆ। ਵੈਸੇ ਵੀ ਜੇ ਸਟੇਟ ਦਾ ਮੁੱਖ ਮੰਤਰੀ ਹੋਵੇ ਔਰ ਇਹ ਗੱਲ ਕਹਿ ਰਿਹਾ ਹੋਵੇ ਕਿ ਇੱਕ ਵਿਧਾਇਕ ਜਿਹੜਾ ਦੂਸਰੀ ਸਟੇਟ ਦਾ ਹੋਵੇ, ਦੂਸਰੇ ਸੂਬੇ ਦਾ ਹੋਵੇ ਔਰ ਇੱਥੇ ਇੱਕ ਜੇਲ੍ਹ 'ਚ ਬੰਦ ਹੋਵੇ, ਤੇ ਫਿਰ ਉਹਨਾਂ ਦਾ ਜਿਹੜਾ ਇੰਟੈਲੀਜੈਂਸ ਆ ਜਾਂ ਉਹਨਾਂ ਦੇ ਡੀਜੀਪੀ ਚਾਹੇ ਸੁਰੇਸ਼ ਅਰੋੜਾ ਹੋਣ ਤੇ ਚਾਹੇ ਉਸ ਵਕਤ ਦੇ ਡੀਜੀਪੀ ਦਿਨਕਰ ਗੁਪਤਾ ਹੋਣ ਤੇ ਚਾਹੇ ਉਹਨਾਂ ਦਾ ਇੰਟੈਲੀਜੈਂਸ ਤੰਤਰ ਹੋਵੇ, ਚਾਹੇ ਉਹਨਾਂ ਦੇ ਉਹ ਵੱਡੇ ਵੱਡੇ ਅਫਸਰ ਜਿਨ੍ਹਾਂ ਨੂੰ ਇੰਨੀਆਂ ਮੋਟੀਆਂ ਸੈਲਰੀਆਂ ਦੇ ਕੇ ਚੀਫ ਸੈਕਟਰੀ ਤੋਂ ਵੀ ਉੱਪਰ ਰੱਖਿਆ ਗਿਆ ਸੀ, ਕਿ ਇਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਬਰੀਫ ਨਹੀਂ ਕੀਤਾ? ਕੀ ਫਿਰ ਇਹਨਾਂ ਨੇ ਬਰੀਫ ਨਹੀਂ ਕੀਤਾ ਜਾਂ ਕੈਪਟਨ ਅਮਰਿੰਦਰ ਸਿੰਘ ਝੂਠ ਬੋਲ ਰਹੇ ਨੇ? ਕੀ ਉਹਨਾਂ ਨੇ ਆਪਣੇ ਕੰਮ ਦੇ ਵਿੱਚ ਕੁਤਾਹੀ ਕੀਤੀ? ਮੈਨੂੰ ਲੱਗਦਾ ਉਹ ਸਾਰਾ ਕੁਝ ਜਾਣਕਾਰੀ ਉਹਨਾਂ ਨੂੰ ਸੀ, ਪਰ ਕਿਸੇ ਨਾ ਕਿਸੇ ਤਰ੍ਹਾਂ ਹੁਣ ਇਸ ਮਾਮਲੇ ਤੋਂ ਭੱਜਦੇ ਨੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਇਕੱਲੇ ਮੁੱਖ ਮੰਤਰੀ ਨਹੀਂ ਸੀ, ਗ੍ਰਹਿ ਵਿਭਾਗ ਵੀ ਇਹਨਾਂ ਕੋਲੇ ਸੀ। ਤੇ ਵੈਸੇ ਵੀ ਇਸ ਤਰ੍ਹਾਂ ਦੇ ਮੁੱਖ ਮੰਤਰੀ ਨੂੰ ਤਾਂ ਹੋਣਾ ਹੀ ਨਹੀਂ ਚਾਹੀਦਾ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਮੇਰੇ ਸੂਬੇ ਦੇ ਵਿੱਚ ਹੋ ਕੀ ਰਿਹਾ, ਕਿਹੜਾ ਵਿਧਾਇਕ ਇੱਥੇ ਆ ਕੇ ਜੇਲ੍ਹ 'ਚ ਬੰਦ ਹੋ ਗਿਆ, ਕਿਹੜਾ ਵਿਧਾਇਕ ਇੱਥੋਂ ਚਲਾ ਗਿਆ। ਆਪਣੇ ਆਪ ਦੇ ਵਿੱਚ ਕੀ ਅਤੁਲ ਨੰਦਾ ਉਸ ਟਾਈਮ ਕੈਪਟਨ ਅਮਰਿੰਦਰ ਸਿੰਘ ਦੇ ਖਾਸ ਐਡਵੋਕੇਟ ਜਨਰਲ ਪੰਜਾਬ ਦੇ, ਉਹ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਸੀ ਦਿੰਦੇ। ਇਹ ਕਹਿ ਦੇਣਾ ਕਿ ਮੈਨੂੰ ਤਾਂ ਜਾਣਕਾਰੀ ਨਹੀਂ, ਇਹ ਆਪਣੇ ਆਪ ਦੇ ਵਿੱਚ ਝੂਠ ਤਾਂ ਹੈ ਹੀ ਹੈ। ਕਿੰਨਾ ਗੈਰ ਜ਼ਿੰਮੇਵਾਰ ਆ, ਇਹ ਬਿਆਨ ਤੋਂ ਵੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਸੋ ਇਸ ਕਰਕੇ ਵੈਸੇ ਕੈਪਟਨ ਅਮਰਿੰਦਰ ਸਿੰਘ ਜਦੋਂ ਤੋਂ ਭਾਜਪਾ 'ਚ ਗਏ ਨੇ ਬਹੁਤ ਮਹਿਫੂਜ਼ ਮਹਿਸੂਸ ਕਰਦੇ ਨੇ, ਕਿਉਂਕਿ ਇਹਨਾਂ ਤੇ ਵੀ ਤੁਸੀਂ ਯਾਦ ਆ ਈਡੀ ਬਹੁਤ ਸਾਰੇ ਜਿਹੜੀਆਂ ਵਿਰੋਧੀ ਪਾਰਟੀ ਦੀਆਂ ਪਾਰਟੀ ਦੇ ਨੇਤਾ ਨੇ, ਉਹਨਾਂ ਦੇ ਲੀਡਰਸ ਨੇ, ਉਹਨਾਂ ਦੇ ਮਗਰ ਪਏ ਹੋਏ ਨੇ। ਤੇ ਕਿਸੇ ਟਾਈਮ ਰਣਇੰਦਰ ਸਿੰਘ ਇਹਨਾਂ ਦਾ ਜਿਹੜਾ ਮੁੰਡਾ, ਉਸ ਦੇ ਖਿਲਾਫ ਫੋਰਨ ਐਕਸਚੇਂਜ ਮੈਨੇਜਮੈਂਟ ਐਕਟ ਉਸ ਦੇ ਅਧੀਨ ਕੇਸ ਦਰਜ ਹੋਇਆ ਸੀ, ਤੁਸੀਂ ਯਾਦ ਕਰੋ ਸਨ 2016 ਦੇ ਵਿੱਚ। ਤੇ ਉਸ ਤੋਂ ਬਾਅਦ ਸਨ 2020 ਦੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਜਲੰਧਰ ਦੇ ਦਫ਼ਤਰ ਦੇ ਵਿੱਚ ਉਹਨਾਂ ਨੂੰ ਬੁਲਾਇਆ ਵੀ ਸੀ। ਇੱਕ ਵਾਰੀ ਤਾਂ ਚਲੀ ਗਏ, ਦੂਸਰੀ ਵਾਰੀ ਰਣਇੰਦਰ ਸਿੰਘ ਕਹਿੰਦੇ ਮੇਰੀ ਤਾਂ ਸਿਹਤ ਖਰਾਬ ਆ, ਮੈਂ ਤਾਂ ਆ ਹੀ ਨਹੀਂ ਸਕਦਾ। ਤੇ ਅੱਜ ਤੁਸੀਂ ਦੱਸੋ, ਉਸ ਮਾਮਲੇ ਨੂੰ ਵੀ ਮੈਂ ਸਨ 2020 ਦੀ ਗੱਲ ਕਰ ਰਿਹਾ, 4 ਸਾਲਾਂ ਬਾਅਦ ਬੁਲਾਇਆ ਸੀ ਤੇ ਅੱਜ ਫਿਰ 3 ਸਾਲ ਹੋ ਗਏ। ਕਦੇ ਤੁਸੀਂ ਨਾਂ ਸੁਣਿਆ ਕੋਈ ਈਡੀ? ਕਿਉਂਕਿ ਇਨਕਮ ਟੈਕਸ ਵੀ ਲੱਭ ਰਹੀ ਸੀ, ਕਹਿੰਦੇ ਜੀ ਇਹਨਾਂ ਦੇ ਖਾਤੇ ਆ ਸਵਿਟਜ਼ਰਲੈਂਡ ਦੇ ਵਿੱਚ, ਬੈਂਕਾਂ ਦੇ ਵਿੱਚ ਖਾਤੇ ਆ, ਉਹ ਮਾਮਲਾ ਬਿਲਕੁਲ ਹੀ ਬੰਦ ਹੋ ਗਿਆ। ਉਹਦੀ ਤਹਿਕੀਕਾਤ ਕਿਉਂ ਨਹੀਂ ਹੁਣ ਹੁੰਦੀ ਤੇ ਕਿਉਂ ਨਹੀਂ ਕੋਈ ਪੁੱਛਦਾ? ਤੇ ਇੱਥੇ ਮੈਂ ਤੁਹਾਨੂੰ ਇਹ ਵੀ ਯਾਦ ਕਰਵਾ ਦਾਂ, ਤੁਸੀਂ ਯਾਦ ਕਰੋ ਜਦੋਂ ਅਰਵਿੰਦ ਕੇਜਰੀਵਾਲ ਜੇਬ 'ਚ ਇੱਕ ਪਰਚੀ ਪਾ ਕੇ ਤੁਰੇ ਫਿਰਦੇ ਹੁੰਦੇ ਸੀ, ਕਹਿੰਦੇ ਜੀ ਮੇਰੇ ਕੋਲ ਤਾਂ ਇਹਨਾਂ ਦੇ ਬੈਂਕਾਂ ਦੇ ਖਾਤੇ ਨੰਬਰ ਵੀ ਆ, ਤੇ ਅੱਜ ਉਹ ਖਾਤੇ ਨੰਬਰ ਦੱਸਦੇ ਕਿਉਂ ਨਹੀਂ? ਕੀ ਕੇਵਲ ਤੇ ਕੇਵਲ ਲੋਕਾਂ ਨੂੰ ਬੇਵਕੂਫ ਬਣਾਇਆ ਗਿਆ? ਤੇ ਉਹਨਾਂ ਦੇ ਵਿੱਚੋਂ ਕੈਪਟਨ ਅਮਰਿੰਦਰ ਸਿੰਘ, ਰਣਇੰਦਰ ਸਿੰਘ, ਇਹਨਾਂ ਦੇ ਵੀ ਨਾਮ ਸੀ, ਪਰ ਉਸ ਤੋਂ ਬਾਅਦ ਬਿਲਕੁਲ ਹੀ ਚੁੱਪ ਹੋ ਗਏ। ਕਹਿਣ ਦਾ ਭਾਵ ਆ ਕਿ ਤੁਸੀਂ ਇੱਕ ਮਾਮਲੇ ਤੇ ਐਡੇ ਖੁੰਖਾਰ ਅਪਰਾਧੀ ਨੂੰ ਰੱਖਿਆ ਹੋਇਆ, ਕਾਰਨ ਜੋ ਮਰਜ਼ੀ ਹੋਣ, ਜੇ ਮੰਨ ਲਓ ਉਸ ਵਿਅਕਤੀ ਨੂੰ ਯਾਨੀ ਕਿ ਮੁਖਤਾਰ ਅੰਸਾਰੀ ਦੀ ਜਾਨ ਨੂੰ ਖਤਰਾ, ਤੇ ਜਿਹੜੀ ਸਰਕਾਰ ਜਾਂ ਜਿਹੜੀ ਪੁਲਿਸ ਲੈ ਕੇ ਜਾਂਦੀ ਆ ਇਹ ਉਹਦੀ ਜ਼ਿੰਮੇਵਾਰੀ ਬਣਦੀ ਆ। ਤੇ ਜੇ ਬਾਕੀ ਲੋਕਾਂ ਦੀ ਜਾਨ ਨੂੰ ਖਤਰਾ, ਪੰਜਾਬ ਦੇ ਵਿੱਚ ਤਾਂ ਬਹੁਤ ਸਾਰੀਆਂ ਇਸ ਤਰ੍ਹਾਂ ਦੀ ਧਮਕੀਆਂ ਆਈਆਂ ਹੋਣੀਆਂ। ਉਮੰਗ ਜਿੰਦਲ ਹੋਮਲੈਂਡ ਦਾ ਉਹ ਓਨਰ ਆ ਜਿਨੇ ਵੱਡੇ ਵੱਡੇ ਤੇ ਮਹਿੰਗੇ ਫਲੈਟ ਬਣਾਏ ਆ, ਤੇ ਜਿਨ੍ਹਾਂ ਫਲੈਟਾਂ ਦੇ ਵਿੱਚ ਤੁਹਾਡੇ ਕੈਪਟਨ ਅਮਰਿੰਦਰ ਸਿੰਘ ਦਾ OSD ਵੀ ਰਹਿੰਦਾ ਰਿਹਾ। ਪਹਿਲਾਂ ਕਿਸੇ ਟਾਈਮ ਇਹ ਕਾਂਗਰਸ ਦੇ ਨੇੜੇ ਸੀ, ਅੱਜ ਕੱਲ੍ਹ ਇਹ ਆਮ ਆਦਮੀ ਪਾਰਟੀ ਦੇ ਵੀ ਨੇੜੇ ਆ।
ਬਿਜ਼ਨਸਮੈਨ ਦਾ ਕੀ ਹੁੰਦਾ, ਜਿਹੜੀ ਸਰਕਾਰ ਆਉਂਦੀ ਆ ਉਹਨਾਂ ਵਾਲੇ ਪਲਟ ਜਾਂਦੇ ਆ। ਥਾਲੀ ਦੇ ਬੈਂਗਣ ਤਾਂ ਹੁੰਦੇ ਹੀ ਆ ਇਹ, ਜਿੱਥੇ ਇਹਨਾਂ ਨੂੰ ਸਰਕਾਰਾਂ ਪਤਾ ਲੱਗ ਜਾਣ ਕਿ ਇਹ ਸਾਨੂੰ ਕੁਝ ਚੰਦ ਫਾਇਦੇ ਦੇ ਦੇਣਗੇ ਉਧਰ ਨੂੰ ਚਲੇ ਜਾਂਦੇ। ਪਰ ਮੈਨੂੰ ਇਹ ਦੱਸੋ, ਉਮੰਗ ਜਿੰਦਲ ਨੂੰ ਜਿਹੜੀ ਫਰੌਤੀ ਆਈ ਸੀ ਜਾਂ ਫਰੌਤੀ ਦੀ ਕਾਲ ਆਈ ਸੀ, ਧਮਕੀ ਆਈ ਸੀ, ਉਹ 2 ਸਾਲ ਤੇ 3 ਮਹੀਨਿਆਂ ਦੇ ਵਿੱਚ ਉਹਦੀ ਤਹਿਕੀਕਾਤ ਹੋ ਕੇ ਸਾਰਾ ਕੁਝ ਪਤਾ ਕਿਉਂ ਨਹੀਂ ਕਰਵਾਇਆ ਗਿਆ ਕਿ ਕਿਹਨਾਂ ਵੱਲੋਂ ਕਾਲ ਆਈ ਸੀ? ਜੇ ਇਹਨਾਂ ਵੱਲੋਂ ਹੀ ਆਈ ਸੀ ਤੇ ਫਿਰ ਇਹ ਦੱਸਿਆ ਜਾਵੇ ਕਿ ਜੇ ਉਸ ਦੀ ਸਾਰੀ ਤਹਿਕੀਕਾਤ ਹੋ ਕੇ ਚਲਾਨ ਪੇਸ਼ ਹੋਇਆ ਤੇ ਕਿਹੜੇ-ਕਿਹੜੇ ਲੋਕਾਂ ਨੂੰ ਉਹਦੇ ਵਿੱਚ ਸਜ਼ਾਵਾਂ ਹੋਈਆਂ, ਤੇ ਜੇ ਉਦੋਂ ਨਹੀਂ ਹੋਇਆ ਤੇ ਹੁਣ ਦੀ ਸਰਕਾਰ ਕਰਾ ਲੇ। ਇਹ ਕਿਹੜਾ ਹੁੰਦਾ ਕਿ ਸਰਕਾਰਾਂ ਬਦਲ ਗਈਆਂ ਉਸ ਤੋਂ ਬਾਅਦ ਕੇਸਾਂ ਦੀ ਤੁਸੀਂ ਤਫਤੀਸ਼ ਨਹੀਂ ਕਰ ਸਕਦੇ। ਖੈਰ, ਹੁਣ ਜਿਹੜਾ ਇਹ ਮਾਮਲਾ, ਇਹ ਸੁਖਜਿੰਦਰ ਸਿੰਘ ਰੰਧਾਵਾ ਕੋਈ ਮਾਣਹਾਨੀ ਦਾ ਕੇਸ ਕਰਦੇ ਨੇ, ਉਹ ਕੇਸ ਖੜੂਗਾ ਨਹੀਂ ਖੜੂਗਾ, ਪਰ ਮੈਂ ਇਹਨਾਂ ਸਾਰੇ ਪੋਲੀਟੀਸ਼ੀਅਨ ਨੂੰ, ਸਿਆਸਤਦਾਨਾਂ ਨੂੰ, ਚਾਹੇ ਉਹ ਕਾਂਗਰਸ ਦੇ ਹੋਣ ਚਾਹੇ ਆਮ ਆਦਮੀ ਪਾਰਟੀ ਦੇ ਹੋਣ, ਇਹ ਲੋਕਾਂ ਦੇ ਮਾਮਲੇ ਇਹ ਨਹੀਂ ਆ। ਇਹ ਠੀਕ ਗੱਲ ਆ ਕਿ ਤੁਹਾਨੂੰ ਅਦਾਲਤਾਂ ਦੇ ਵਿੱਚ ਤੁਸੀਂ ਲੜਦੇ ਹੋ, ਲੋਕਾਂ ਦੇ ਮਾਮਲੇ ਤਾਂ ਬਹੁਤ ਹੋਰ ਤਰ੍ਹਾਂ ਦੇ। ਲੋਕਾਂ ਨੂੰ ਤਾਂ ਹਜੇ ਬੇਰੁਜ਼ਗਾਰੀ ਤੋਂ ਸਾਹ ਨਹੀਂ ਮਿਲ ਰਿਹਾ, ਲੋਕਾਂ ਨੂੰ ਤਾਂ ਹਜੇ ਜਿਹੜੇ ਪ੍ਰਾਈਸ ਰਾਈਸ ਆ, ਜਿਹੜੇ ਰੋਜ਼ ਮਹਿੰਗਾਈ ਵੱਧ ਰਹੀ ਆ, ਉਹਨਾਂ ਤੋਂ ਸਾਹ ਨਹੀਂ ਮਿਲ ਰਿਹਾ। ਲੋਕਾਂ ਦੇ ਤਾਂ ਮੁੱਦੇ ਉਹ ਆ, ਉਹਨਾਂ ਮੁੱਦਿਆਂ ਨੂੰ ਨਜਿੱਠੋ। ਇਹ ਜਿਹੜੇ ਤੁਸੀਂ ਆਪਸ ਦੇ ਵਿੱਚ ਬਹਿਸਬਾਜ਼ੀ ਕਰਕੇ ਇਹ ਕਹਿੰਦੇ ਹੋ, ਕੋਈ ਕਹਿੰਦਾ ਮੈਂ ਮਾਨਹਾਨੀ ਕਰ ਦੂੰਗਾ, ਕੋਈ ਕਹਿੰਦਾ ਮੈਂ ਤੁਹਾਨੂੰ ਐਕਸਪੋਜ਼ ਕਰ ਦੂੰਗਾ, ਲੋਕਾਂ ਦੇ ਮੁੱਦੇ ਇਹ ਨਹੀਂ ਆ। ਔਰ ਮੀਡੀਆ ਨੂੰ ਇਹਨਾਂ ਨੂੰ ਦੋਨਾਂ ਨੂੰ, ਚਾਹੇ ਕੋਈ ਵੀ ਹੋਵੇ, ਇਹਨਾਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਨਾ ਚਾਹੀਦਾ। ਪੰਜਾਬ ਦੀ ਭਾਰਤੀ ਜਨਤਾ ਪਾਰਟੀ ਦੀ ਇਕਾਈ ਆਪਣਾ ਨਵਾਂ ਪ੍ਰਧਾਨ ਲੱਭਦੀ ਫਿਰਦੀ ਹੈ। ਉਹਨਾਂ ਨੂੰ ਲੱਗਦਾ ਕਿ ਅਸ਼ਵਨੀ ਸ਼ਰਮਾ ਦੇ ਅਧੀਨ ਪਾਰਟੀ ਨੇ ਕੋਈ ਬਹੁਤ ਜ਼ਿਆਦਾ ਮਾਰ ਕੇ ਨਹੀਂ ਮਾਰੇ, ਬਲਕਿ ਪਾਰਟੀ ਹੋਰ ਥੱਲੇ ਚਲੀ ਗਈ ਹੈ। ਹਾਲਾਂਕਿ ਮੈਂ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਦੱਸਿਆ, ਭਾਰਤੀ ਜਨਤਾ ਪਾਰਟੀ ਨੇ ਪੰਜਾਬ ਕਾਂਗਰਸ ਪਾਰਟੀ ਨੂੰ ਵੀ ਤੋੜਿਆ। ਸੁਨੀਲ ਜਾਖੜ ਤੋਂ ਲੈ ਕੇ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਬਲਬੀਰ ਸਿੰਘ ਸਿੱਧੂ ਤੋਂ ਲੈ ਕੇ ਗੁਰਪ੍ਰੀਤ ਸਿੰਘ ਕਾਂਗੜ ਤੋਂ ਲੈ ਕੇ तमाम ਤਰ੍ਹਾਂ ਦੇ ਇਹ ਲੀਡਰ ਇਹਨਾਂ ਨੇ ਲੈ ਆਂਦੇ। ਸੁੰਦਰ ਸ਼ਾਮ ਅਰੋੜਾ, ਇਹ ਸਾਰੇ, ਜੇ ਲਿਸਟ ਬਹੁਤ ਲੰਬੀ ਆ, ਪਰ ਇਸ ਦੇ ਬਾਵਜੂਦ ਵੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾਨ ਨਹੀਂ ਆਈ। ਇਹ ਗੱਲ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ। ਔਰ ਜੇ ਹੋਰ ਵੀ ਲੀਡਰ ਲੈ ਆਉਣ, ਜਿਹੜੇ ਵੈਸੇ ਇਹਨਾਂ ਦੇ ਦਿੱਲੀ ਦੇ ਲੀਡਰ ਆ, ਚਾਹੇ ਉਹ ਮਨਜਿੰਦਰ ਸਿੰਘ ਸਿਰਸਾ ਹੋਣ, ਚਾਹੇ ਉਹ ਹਰਦੀਪ ਸਿੰਘ ਪੁਰੀ ਹੋਣ, ਤੇ ਚਾਹੇ ਅੱਜ ਕੱਲ੍ਹ ਇਹਨਾਂ ਨੇ ਇਕਬਾਲ ਸਿੰਘ ਲਾਲਪੁਰਾ, ਉਹਨਾਂ ਨੂੰ ਵੀ ਬਹੁਤ ਅੱਗੇ ਵਧਾਇਆ ਹੋਇਆ। ਇਹਨਾਂ ਦੀ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪਹਿਚਾਣ ਨਹੀਂ ਹੈ। ਜਿੱਥੇ ਮਰਜ਼ੀ ਜਾ ਕੇ ਚੋਣ ਲੜ ਜਾਣ। ਅੱਜ ਵੀ ਤੁਹਾਨੂੰ ਮੈਂ ਕਹਿੰਦਾ, ਪੰਜਾਬ ਦੇ ਲੋਕਾਂ ਨੇ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਕਰਾ ਦੇਣੀਆਂ। ਇਹ ਹਾਲਾਤ ਆ। ਇਹਦਾ ਮਤਲਬ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਨਬਜ਼ ਅੱਜ ਤੱਕ ਨਹੀਂ ਸਮਝ ਪਾਈ, ਤੇ ਨਾ ਹੀ ਇਹ ਪੰਜਾਬ ਦੇ ਮੁੱਦਿਆਂ ਤੇ ਖੜਦੀ ਆ। ਹੁਣ 2 ਵਿਅਕਤੀਆਂ ਦੇ ਨਾਮ ਚੱਲ ਰਹੇ ਨੇ। ਇੱਕ ਹੈ ਸੁਨੀਲ ਜਾਖੜ, ਜਿਹੜੇ ਕਿ ਕਾਂਗਰਸ ਪਾਰਟੀ ਤੋਂ ਆਏ ਨੇ, ਜਿਨ੍ਹਾਂ ਦਾ ਸਾਰਾ ਪਰਿਵਾਰ ਕਾਂਗਰਸ ਪਾਰਟੀ ਦੇ ਵਿੱਚ ਰਿਹਾ, ਤੇ ਦੂਸਰੇ ਨੇ ਕਹਿੰਦੇ ਤਰੁਣ ਕੁਮਾਰ ਚੁੱਗ, ਚਲੋ ਉਹ ਭਾਰਤੀ ਜਨਤਾ ਪਾਰਟੀ ਦੇ ਨੇ। ਤੁਸੀਂ ਜੋਤੀਰਾਦਿੱਤਿਆ ਸਿੰਧੀਆ ਦੀ ਗੱਲ ਜ਼ਰੂਰ ਸੁਣੀ ਹੋਣੀ ਆ। ਮੱਧ ਪ੍ਰਦੇਸ਼ ਦੇ ਲੀਡਰ ਨੇ, ਕਿਸ ਤਰ੍ਹਾਂ ਉਹ ਕਾਂਗਰਸ ਦੇ ਵਿੱਚੋਂ ਨਾਰਾਜ਼ ਹੋ ਕੇ ਭਾਰਤੀ ਜਨਤਾ ਪਾਰਟੀ ਚਲੇ ਗਏ ਸੀ। ਉੱਥੇ ਜਾ ਕੇ ਉਹਨਾਂ ਨੂੰ ਮੰਤਰੀ ਵੀ ਬਣਾਤਾ, ਸਿਵਲ ਏਵੀਏਸ਼ਨ ਮੰਤਰੀ ਵੀ ਬਣਾਤਾ, ਉਹਨਾਂ ਦੇ ਨਾਲ ਕਈ ਵਿਧਾਇਕ ਵੀ ਚਲੇ ਗਏ। ਅੱਜ ਕੱਲ੍ਹ ਉਹਨਾਂ ਦੇ ਹਾਲਾਤ ਬਹੁਤ ਮਾੜੇ ਹੋਏ ਨੇ, ਕਿਉਂਕਿ ਉੱਥੋਂ ਦੀ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਓਰੀਜਨਲ ਸੀ, ਟਕਸਾਲੀ ਭਾਜਪਾ ਲੀਡਰ ਸੀ, ਉਹਨਾਂ ਨੇ ਇੱਕ ਤਰ੍ਹਾਂ ਦੀ ਬਗਾਵਤ ਕਰ ਰੱਖੀ ਹੈ। ਇਸੇ ਕਰਕੇ ਭਾਰਤੀ ਜਨਤਾ ਪਾਰਟੀ ਦੀ ਮੱਧ ਪ੍ਰਦੇਸ਼ ਦੇ ਵਿੱਚ ਹਾਲਤ ਬਹੁਤ ਪਤਲੀ ਆ। ਪਰ ਹੁਣ ਆਉਂਦੇ ਆ ਵਾਪਸ ਇਸੇ ਐਗਜ਼ਾਮਪਲ ਨੂੰ ਲੈ ਕੇ। ਜੇ ਸੁਨੀਲ ਜਾਖੜ ਨੂੰ ਅੱਜ ਤੁਸੀਂ ਬਣਾ ਦਿੰਦੇ ਹੋ, ਹਾਲਾਤ ਬਿਲਕੁਲ ਉਸ ਤਰ੍ਹਾਂ ਦੇ ਪੈਦਾ ਹੋ ਜਾਂਦੇ ਆ। ਜਿਹੜਾ ਵਿਅਕਤੀ ਕਾਂਗਰਸ ਦਾ ਨਹੀਂ ਹੋ ਸਕਿਆ ਇੰਨੀ ਦੇਰ ਉੱਥੇ ਰਹਿ ਕੇ, ਉਹ ਭਾਰਤੀ ਜਨਤਾ ਪਾਰਟੀ ਦਾ ਸਗਾ ਕੀ ਹੋਊਗਾ? ਔਰ ਕੀ ਭਾਰਤੀ ਜਨਤਾ ਪਾਰਟੀ ਦੀ ਜਿਸ ਤਰ੍ਹਾਂ ਦੀ ਨੀਤੀ ਆ, ਜਿਸ ਤਰ੍ਹਾਂ ਦੀ ਰਾਜਨੀਤੀ ਆ, ਸਿਆਸਤ ਆ, ਉਸ ਨੂੰ ਚੰਗੀ ਤਰ੍ਹਾਂ ਉਸ ਹਿਸਾਬ ਦੇ ਨਾਲ ਸੁਨੀਲ ਜਾਖੜ ਚੱਲਣ ਨੂੰ ਤਿਆਰ ਆ? ਤੇ ਉਹਨਾਂ ਦਾ ਕੀ ਬਣੂਗਾ, ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਭਾਰਤੀ ਜਨਤਾ ਪਾਰਟੀ ਦੇ ਨਾਲ, ਜਨਸੰਘ ਦੇ ਨਾਲ, ਜਾਂ ਉਸ ਤੋਂ ਬਾਅਦ RSS ਦੇ ਨਾਲ, ਰਾਸ਼ਟਰੀ ਸਵੈਮ ਸੇਵਕ ਸੰਘ ਦੇ ਨਾਲ, ਉਹਨਾਂ ਦੇ ਨਾਲ ਬਤੀਤ ਕਰਤੀ। ਉਹ ਆਪਣੇ ਸੁਪਨੇ ਲੈ ਕੇ ਇਦਾਂ ਹੀ ਰਹਿ ਜਾਣਗੇ? ਤੇ ਲਿਆ ਕੇ ਤੁਸੀਂ ਨਵੇਂ ਜਦੋਂ ਇਸ ਤਰ੍ਹਾਂ ਦੇ ਚਿਹਰੇ ਕਾਂਗਰਸੀ ਲਿਆ ਦੋਗੇ ਤੇ ਫਿਰ ਪਾਰਟੀ ਦਾ ਕੀ ਬਣੂਗਾ? ਹੁਣ ਤੁਸੀਂ ਦੇਖੋ, ਜੇ ਤੁਸੀਂ ਪੂਰੇ ਭਾਰਤ ਦਾ ਨਕਸ਼ਾ ਦੇਖੋ ਤੇ ਲਗਭਗ ਭਾਰਤੀ ਜਨਤਾ ਪਾਰਟੀ ਦਾ ਕਾਂਗਰਸੀਕਰਨ ਹੋ ਚੁੱਕਿਆ। ਪਹਿਲਾਂ ਤੁਸੀਂ ਉੱਥੇ ਚਲੇ ਜਾਓ, ਮਹਾਰਾਸ਼ਟਰ ਮੈਂ ਤੁਹਾਨੂੰ ਲੈ ਕੇ ਚੱਲਦਾ ਕਿਉਂਕਿ ਉੱਥੇ ਤਾਜ਼ਾ ਉਦਾਹਰਨ ਆ। ਪਹਿਲਾਂ ਤਾਂ ਉੱਥੋਂ ਦੀ ਸ਼ਿਵ ਸੈਨਾ ਤੋੜਤੀ, ਉਸ ਤੋਂ ਬਾਅਦ ਪਿਛਲੇ ਦਿਨਾਂ ਦੇ ਵਿੱਚ ਨੈਸ਼ਨਲਿਸਟ ਕਾਂਗਰਸ ਪਾਰਟੀ ਉਹ ਤੋੜਤੀ ਸ਼ਰਦ ਪਵਾਰ ਦੀ, ਕਿਉਂਕਿ ਅਜੀਤ ਪਵਾਰ ਦੇ ਨਾਲ ਜਿਹੜੇ ਪ੍ਰਫੁੱਲ ਪਟੇਲ ਸੀ ਜਾਂ ਸ਼ਗਨ ਭੁਜਬਲ ਸੀ, ਇਹ ਸਾਰੇ ਚਲੇ ਗਏ। ਹੋਰ ਵੀ ਜਿਹੜੇ ਈਡੀ ਦੇ ਰਡਾਰ ਤੇ ਸੀ, ਜਿਨ੍ਹਾਂ ਦੇ ਛਾਪੇ ਵੱਜ ਰਹੇ ਸੀ, ਜਿਨ੍ਹਾਂ ਨੂੰ ਇਹ ਡਰ ਸੀ ਕਿ ਸਾਨੂੰ ਅੰਦਰ ਕਰ ਦੇਣਾ, ਉਹ ਸਾਰੇ ਭੱਜ ਗਏ। 8 ਮੰਤਰੀਆਂ ਨੇ ਤਾਂ ਸਹੁੰ ਵੀ ਚੁੱਕ ਲਈ, ਬਲਕਿ ਜਿਹੜੇ
ਏਕਨਾਥ ਸ਼ਿੰਦੇ ਨੂੰ ਲੈ ਕੇ ਆਏ ਸੀ ਸ਼ਿਵ ਸੈਨਾ ਤੋਂ, ਉਹ ਆਪਣੇ ਆਪ ਨੂੰ ਕਮਜ਼ੋਰ ਫੀਲ ਕਰਨ ਲੱਗ ਪਏ। ਇਸ ਤਰ੍ਹਾਂ ਦੀ ਜਿਹੜੀ ਰਾਜਨੀਤੀ ਆ ਉਹ ਭਾਰਤ ਲਗਾਤਾਰ ਹੁਣ ਲੋਕਾਂ ਨੂੰ ਸਮਝ ਆਉਣ ਲੱਗ ਪਈ ਆ। ਉਹ ਇਸ ਤਰ੍ਹਾਂ ਦੀ ਰਾਜਨੀਤੀ ਨੂੰ, ਇਸ ਤਰ੍ਹਾਂ ਦੀ ਸਿਆਸਤ ਨੂੰ ਨਕਾਰ ਰਿਹਾ। ਤੇ ਜੇ ਇਸੇ ਤਰ੍ਹਾਂ ਦਾ ਐਕਸਪੈਰੀਮੈਂਟ ਇੱਥੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਕਰਨਾ ਚਾਹੁੰਦੀ ਆ ਜਾਂ ਆਪਣੇ ਹਿਸਾਬ ਦੇ ਨਾਲ, ਉਹ ਦੇਖਣਾ ਪਊਗਾ। ਪਰ ਲੱਗਦਾ ਨਹੀਂ। ਵੈਸੇ ਜੇ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਆਪਣੇ ਨਾਲ ਦੁਬਾਰਾ ਲੈ ਆਉਣ, ਪਰ ਲੋਕਾਂ ਨੇ ਹਜੇ ਇਹਨਾਂ ਵੱਲ ਮੂੰਹ ਨਹੀਂ ਕਰਨਾ, ਕਿਉਂਕਿ ਜੇ ਤੁਸੀਂ ਜ਼ਮੀਨੀ ਹਕੀਕਤ ਨੂੰ ਨਹੀਂ ਸਮਝਦੇ, ਲੋਕਾਂ ਦੀ ਜਿਹੜੀ ਮਾਨਸਿਕਤਾ ਨੂੰ ਨਹੀਂ ਸਮਝਦੇ, ਇੱਥੋਂ ਦੀ ਰਾਜਨੀਤੀ ਸਿਆਸਤ ਨੂੰ, ਉਹਨਾਂ ਦੇ ਮੁੱਦਿਆਂ ਨੂੰ ਨਹੀਂ ਸਮਝਦੇ, ਜਿਹੜੇ ਮਰਜ਼ੀ ਲੀਡਰ ਲੈ ਆਓ ਇੱਥੇ ਲਿਆ ਕੇ, ਚਾਹੇ ਨਰਿੰਦਰ ਮੋਦੀ ਤੋਂ ਜਿੰਨੀ ਮਰਜ਼ੀ ਕੈਂਪੇਨ ਕਰਾ ਲਓ। ਪੰਜਾਬ 'ਚ ਵੀ ਤਾਂ ਪਹਿਲਾਂ ਆਏ ਸੀ ਨਾ, 2 ਸੀਟਾਂ ਤੇ ਤੁਸੀਂ ਭਾਰਤੀ ਜਨਤਾ ਪਾਰਟੀ ਨਿਬੜ ਗਈ। ਤੇ ਇਹੀ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੂੰ ਲੈ ਕੇ ਆਉਂਦਾ ਸੀ, ਇਹ ਆਪਣੀ ਸੀਟ ਵੀ ਨਹੀਂ ਬਚਾ ਸਕੇ, ਬਲਕਿ ਜਿੰਨੇ ਇਹਨਾਂ ਦੇ ਕੈਂਡੀਡੇਟ ਸੀ ਸਾਰਿਆਂ ਦੀ ਜ਼ਮਾਨਤਾਂ ਜ਼ਬਤ ਹੋ ਗਈਆਂ। ਇਹ ਹਾਲਾਤ ਨੇ। ਸੋ ਜਿੰਨੀ ਦੇਰ ਤੱਕ ਇਹ ਹਾਲਾਤ ਤੁਸੀਂ ਨਹੀਂ ਸਮਝੋਗੇ, ਹੁਣ ਇਸੇ ਕਰਕੇ ਭਾਰਤ ਦੇ ਵਿੱਚ ਰਾਜਨੀਤੀ ਦਾ, ਸਿਆਸਤ ਦਾ ਨਕਸ਼ਾ ਜਾਂ ਮੂਡ ਆ ਜਿਹੜਾ ਉਹ ਬਦਲਦਾ ਹੋਇਆ ਨਜ਼ਰ ਆਊਗਾ। ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸੰਨ 2024 ਨੂੰ ਲੈ ਕੇ ਲੋਕ ਸਭਾ ਦੇ ਵਿੱਚ ਲੋਕਾਂ ਦੀ ਜਿਹੜੀਆਂ ਚੋਣਾਂ ਆਉਣੀਆਂ ਨੇ ਲੋਕ ਸਭਾ ਦੀਆਂ ਸੰਨ 2024 ਨੂੰ ਲੈ ਕੇ, ਉਸ ਤੇ ਵੀ ਪ੍ਰੋਗਰਾਮ ਤੁਹਾਡੇ ਤੱਕ ਜ਼ਰੂਰ ਸਾਂਝਾ ਕਰਾਂਗੇ। ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ। ਮੈਂ ਮਨਪ੍ਰੀਤ ਰੰਧਾਵਾ।